ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਨਵਜੋਤ ਕੌਰ। ਤਾਂ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਹਾਡੇ ਤੱਕ ਕਿਸਾਨ ਅੰਦੋਲਨ ਦੇ ਨਾਲ ਜੁੜੀ ਪਲ-ਪਲ ਦੀ ਅਪਡੇਟ ਪਹੁੰਚਾ ਰਿਹਾ ਹੈ ਔਰ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਦੀ ਵੱਡੀ ਹਲਚਲ ਚੱਲ ਰਹੀ ਹੈ। ਕੇਂਦਰ ਦੇ ਵਿੱਚ ਹਲਚਲ ਮਚ ਚੁੱਕੀ ਹੈ ਔਰ ਦਿੱਲੀ ਇਸ ਵੇਲੇ ਕਿਸਾਨੀ ਪੰਜੇ ਹੇਠਾਂ ਦਬ ਚੁੱਕੀ ਹੈ। ਗ੍ਰਹਿ ਮੰਤਰੀ ਦੇ ਨਾਲ ਖੇਤੀਬਾੜੀ ਮੰਤਰੀ ਦੀ ਮੁਲਾਕਾਤ ਚੱਲ ਰਹੀ ਹੈ। ਅਮਿਤ ਸ਼ਾਹ ਦੇ ਨਾਲ ਨਰਿੰਦਰ ਤੋਮਰ ਚਰਚਾ ਕਰ ਰਹੇ ਨੇ ਔਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ बैठक हुई। तो तुहानू दस दईए कि सियासी हलचल इस वेले तेज हो चुकी है। राजधानी दे नाल तुहानू जुड़ी खबर दस रहे हैं जिथे कि किसान अंदोलन इस वेले चल रहा है। किसानां ने चौं पासियों दिल्ली नू घेर रखा है और राजधानी इस वेले पूरी घिरी हुई है और उस दौरान हुण लगातार सियासी ਜਿਹੜੇ ਬੈਠਕਾਂ ਨੇ ਉਹ ਵੀ ਸਰਗਰਮ ਹੋ ਗਈਆਂ ਨੇ। ਕਿਸਾਨ ਅੰਦੋਲਨ ਨੂੰ ਲੈ ਕੇ ਦਿੱਲੀ ਦੇ ਵਿੱਚ ਵੱਡੀ ਹਲਚਲ ਚੱਲ ਰਹੀ ਹੈ। ਗ੍ਰਹਿ ਮੰਤਰੀ ਦੇ ਨਾਲ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੀ ਮੁਲਾਕਾਤ ਹੋਈ। ਇਸ ਦੇ ਨਾਲ ਹੀ ਅਮਿਤ ਸ਼ਾਹ ਦੇ ਨਾਲ ਨਰਿੰਦਰ ਤੋਮਰ ਨੇ ਗੱਲਬਾਤ ਕੀਤੀ। ਜੋ ਕੁਝ ਵੀ ਮੁੱਦਾ ਇਸ ਵੇਲੇ ਪੱਖਿਆ ਹੋਇਆ ਹੈ, ਜੋ ਕੁਝ ਵੀ ਕਿਸਾਨਾਂ ਦੀਆਂ ਮੰਗਾਂ ਨੇ, ਉਹ ਸਾਰਿਆਂ ਨੂੰ ਲੈ ਕੇ ਗੰਭੀਰ ਮਸਲਿਆਂ ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਇਹ ਬੈਠਕ सद्दी गई सी। तुहानू दस दे इस तो पहला बीती शाम भी एक हाई लैवल बैठक हुई जिस दे विच अमित शाह मौजूद सी, राजनाथ सिंह मौजूद सी, नरिंदर तोमर मौजूद सी और जेपी नड्डा दे घर ये बैठक सद्दी गई सी। तुहानू दस दे इस वे राजधानी की गल की जाए तो दिल्ली दे चौ पासियों घेरा जिहड़ा किसानां वल्लों कर दिता गया है। चौ पासियों घेर लिया गया है दिल्ली नूं और वख-वख बॉर्डरां ते किसान इस वेले मौजूद ने। इस दे नाल ही होर सूबिਆਂ तो भी किसानां दा दिल्ली कूच इस वेले जारी है। ਤਾਂ ਹੁਣ ਤੁਹਾਨੂੰ ਨਿਊਜ਼ 18 ਤੇ ਕਿਸਾਨ ਅੰਦੋਲਨ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਦਿਖਾਉਣ ਜਾ ਰਹੇ ਹਾਂ। ਗੱਲਬਾਤ ਦੇ ਲਈ ਕਿਸਾਨਾਂ ਨੂੰ ਕੇਂਦਰ ਦਾ ਨਵਾਂ ਸੱਦਾ ਮਿਲਿਆ ਹੈ ਔਰ ਕੱਲ ਬਿਨਾਂ ਸ਼ਰਤ ਮੀਟਿੰਗ ਦੇ ਲਈ ਕੇਂਦਰ ਵੱਲੋਂ ਸੱਦਾ ਦਿੱਤਾ ਗਿਆ ਹੈ ਔਰ ਮੀਟਿੰਗ ਜਿਹੜੀ ਹੈ ਕੱਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਖੁਦ ਅਮਿਤ ਸ਼ਾਹ ਨੇ ਫੋਨ ਕਰਕੇ ਗੱਲਬਾਤ ਲਈ ਕਿਸਾਨਾਂ ਨੂੰ ਸੱਦਾ ਦਿੱਤਾ ਹੈ। ਕੇਂਦਰ ਦੇ ਸੱਦੇ ਤੇ ਹੁਣ ਕਿਸਾਨਾਂ ਦਾ ਮੰਥਨ ਫਿਲਹਾਲ ਜਾਰੀ ਹੈ। ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਬੈਠਕ ਹੋ ਰਹੀ ਹੈ ਔਰ ਕੀ ਕੁਝ ਅਗਲੀ ਰਣਨੀਤੀ ਹੋਵੇਗੀ ਉਸ ਤੇ ਵਿਚਾਰ ਚਰਚਾ ਇਸ ਵੇਲੇ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਵਾਰ-ਵਾਰ ਜਿਹੜੀਆਂ ਪਿਛਲੇ ਕੁਝ ਦਿਨਾਂ ਦੇ ਵਿੱਚ ਲਗਾਤਾਰ 2 ਮਹੀਨਿਆਂ ਤੋਂ ਕਿਸਾਨਾਂ ਵੱਲੋਂ ਰੋਜ਼ ਜੜਾਇਓ ਜਾਰੀ ਔਰ ਉਸ ਤੋਂ ਬਾਅਦ ਬੈਠਕਾਂ ਦਾ ਸਿਲਸਿਲਾ ਵੀ ਹੋ ਚੁੱਕਿਆ ਕੇਂਦਰ ਦੇ ਨਾਲ। ਪਰ ਹੁਣ ਤੁਹਾਨੂੰ ਦੱਸ ਦਈਏ ਕਿ ਨਵਾਂ ਸੱਦਾ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਹੈ और न्यूज़ 18 ਤੇ ਕਿਸਾਨ ਅੰਦੋਲਨ ਦੇ ਨਾਲ ਜੁੜੀ ਤੁਹਾਨੂੰ ਸਭ ਤੋਂ ਵੱਡੀ ਖਬਰ ਦੱਸ ਰਹੇ ਹਾਂ। ਗੱਲਬਾਤ ਦੇ ਲਈ ਕਿਸਾਨਾਂ ਨੂੰ ਕੇਂਦਰ ਦਾ ਨਵਾਂ ਸੱਦਾ ਮਿਲਿਆ ਹੈ ਔਰ ਕੱਲ ਬਿਨਾਂ ਸ਼ਰਤ ਮੀਟਿੰਗ ਦੇ ਲਈ ਕੇਂਦਰ ਵੱਲੋਂ ਇਹ ਸੱਦਾ ਜਿਹੜਾ ਹੈ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਕੇਂਦਰ ਸਰਕਾਰ ਵੱਲੋਂ ਇੱਕ ਕੰਡੀਸ਼ਨ ਰੱਖੀ ਗਈ ਸੀ ਕਿ ਜੇਕਰ ਕਿਸਾਨ ਸਾਰੇ ਇਕੱਠ ਕਰਕੇ ਬੁਰਾੜੀ ਮੈਦਾਨ ਦੇ ਵਿੱਚ ਇਕੱਠੇ ਹੁੰਦੇ ਨੇ ਉਸ ਤੋਂ ਬਾਅਦ ਗੱਲਬਾਤ ਕੀਤੀ ਜਾਵੇਗੀ। ਜਿਸ ਤੋਂ ਬਾਅਦ ਕਿਸਾਨਾਂ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਿਆ ਸੀਗਾ, ਅਪਮਾਨ ਮਹਿਸੂਸ ਕੀਤਾ ਸੀ ਔਰ ਉਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ बिल्कुल अनकंडीशनल बैठक का सद्दा जिहड़ा है वो किसान जथेबंदियां नूं दे दिता है। तां केंद्र दे सद्दे ते फिलहाल किसानां दा मंथन भी जारी है। किसान इस वेले जथेबंदियां दे जिहड़े आगू ने वो बैठ के विचार चर्चा कर रहे हैं कि अगली रणनीति आखिरकार की होवेगी। ਤੁਹਾਨੂੰ ਦੱਸ ਦੇ ਕਿ ਲਗਾਤਾਰ 2 ਮਹੀਨਿਆਂ ਤੋਂ ਜਿਹੜੇ ਖੇਤੀ ਕਾਨੂੰਨ ਆਏ ਨੇ ਉਸ ਨੂੰ ਲੈ ਕੇ ਵੱਖ-ਵੱਖ ਥਾਵਾਂ ਤੇ ਕਿਸਾਨਾਂ ਵੱਲੋਂ ਧਰਨਾ ਮੁਜ਼ਾਹਰਾ ਕੀਤਾ ਜਾ ਰਿਹਾ ਸੀ। ਟੋਲ ਪਲਾਜ਼ੇ ਘੇਰੇ ਗਏ, ਉਸ ਤੋਂ ਬਾਅਦ ਰੇਲ ਲਾਈਨਾਂ ਬਲੌਕ ਕੀਤੀਆਂ ਗਈਆਂ ਪਰ ਜਦੋਂ ਕਿਸੇ ਨੇ ਕਿਸਾਨਾਂ ਦੀ ਸਾਰ ਨਹੀਂ ਲਈ ਉਸ ਤੋਂ ਬਾਅਦ ਸਿੱਧੇ ਕਿਸਾਨਾਂ ਨੇ ਦਿੱਲੀ ਦਾ ਰੁਖ ਕੀਤਾ, ਦਿੱਲੀ ਕੂਚ ਕੀਤਾ ਜਿੱਥੇ ਕਿ ਹੋਰ ਵੀ ਸੂਬਿਆਂ ਤੋਂ ਕਿਸਾਨਾਂ ਦਾ ਹੀ ਹੁੰਗਾਰਾ ਮਿਲ ਰਿਹਾ ਹੈ। ਇਸ ਵੇਲੇ यूपी ਦੇ ਕਈ ਕਿਸਾਨ, ਉੱਤਰਾਖੰਡ ਦੇ ਕਈ ਕਿਸਾਨ ਨੇ ਜੋ ਕਿ ਦਿੱਲੀ ਵੱਲ ਕੂਚ ਕਰ ਰਹੇ ਨੇ ਔਰ ਵੱਖ-ਵੱਖ ਬਾਰਡਰਾਂ ਤੇ ਇਸ ਵੇਲੇ ਤੈਨਾਤ ਨੇ। ਸਿੰਘੂ ਬਾਰਡਰ ਵੀ ਘੇਰਿਆ ਹੋਇਆ ਹੈ ਕਿਸਾਨਾਂ ਨੇ। ਇਸ ਦੇ ਨਾਲ ਹੀ ਟਿਕਰੀ ਬਾਰਡਰ ਤੇ ਵੀ ਕਿਸਾਨ ਮੌਜੂਦ ਨੇ ਔਰ ਕਿਸਾਨਾਂ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਜੋ ਮੁੱਖ ਸ਼ਾਹ ਮਾਰਗ ਨੇ ਜਿਹਦੇ ਵਿੱਚ ਆਗਰਾ, ਮਥੁਰਾ, ਬਰੇਲੀ ਸ਼ਾਹ ਮਾਰਗ ਜੋ ਵੀ ਨੇ ਉਹ ਸਾਰੇ ਬਲੌਕ ਕੀਤੇ ਜਾਣਗੇ ਆਉਣ ਵਾਲੇ ਦਿਨਾਂ 'ਚ ਜੇਕਰ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ। ਪਰ ਹੁਣ ਤੁਹਾਨੂੰ ਨਿਊਜ਼ 18 ਵੱਡੀ ਖਬਰ ਦਿਖਾ ਰਹੀ ਹੈ ਜਿਸ ਦੇ ਵਿੱਚ ਇਹ ਹੈ ਕਿ ਕੇਂਦਰ ਵੱਲੋਂ ਇੱਕ ਨਵਾਂ ਸੱਦਾ ਦਿੱਤਾ ਗਿਆ ਹੈ, ਇੱਕ ਅਨਕੰਡੀਸ਼ਨਲ ਸੱਦਾ ਦਿੱਤਾ ਗਿਆ। ਪਹਿਲਾਂ ਕੇਂਦਰ ਵੱਲੋਂ ਸ਼ਰਤ ਰੱਖੀ ਗਈ ਸੀ ਜੇਕਰ ਕਿਸਾਨ ਬੁਰਾੜੀ ਗਰਾਊਂਡ ਦੇ ਵਿੱਚ ਪਹੁੰਚਦੇ ਨੇ ਉਸ ਤੋਂ ਬਾਅਦ ਕਿਸਾਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਕੀਤੀ ਜਾਵੇਗੀ ਜਿਸ ਨੂੰ ਕਿਸਾਨਾਂ ਨੇ ਆਪਣੀ ਬੇਇੱਜ਼ਤੀ ਸਮਝਿਆ। ਪਰ ਹੁਣ ਜਦੋਂ ਮਾਮਲਾ ਬਿਲਕੁਲ ਹੱਥੋਂ ਬਾਹਰ ਨਿਕਲਦਾ ਜਾ ਰਿਹਾ ਔਰ ਲਗਾਤਾਰ ਕਿਸਾਨਾਂ ਦੀ ਤਾਦਾਦ ਦਿੱਲੀ ਦੇ ਵਿੱਚ ਵੱਧਦੀ ਜਾ ਰਹੀ ਹੈ, ਇਸ ਨੂੰ ਦੇਖਦਿਆਂ ਹੋਇਆਂ ਹੁਣ ਕੇਂਦਰ ਵੱਲੋਂ ਇੱਕ ਨਵਾਂ ਸੱਦਾ ਦਿੱਤਾ ਗਿਆ। ਬੇਸ਼ਰਤ ਬਿਨਾਂ ਕਿਸੇ ਸ਼ਰਤ ਤੋਂ ਇਹ ਸੱਦਾ ਦਿੱਤਾ ਗਿਆ ਔਰ ਕਿਸਾਨਾਂ ਨੂੰ ਮੀਟਿੰਗ ਵਾਸਤੇ ਸੱਦਿਆ ਗਿਆ ਹੈ।
ਤਾਂ ਨਿਊਜ਼ 18 ਨੇ ਤੁਹਾਡੇ ਤੱਕ ਪਲ-ਪਲ ਦੀ ਅਪਡੇਟ ਤਰੀਕ ਨੂੰ ਦਿੱਲੀ ਕੂਚ ਜਿਹੜਾ ਹੈ ਸ਼ੁਰੂ ਕੀਤਾ ਗਿਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਟਰੈਕਟਰ ਟਰਾਲੀਆਂ ਤੇ ਆਪਣੇ ਵਾਹਨਾਂ ਤੇ ਚੜ੍ਹ ਕੇ ਦਿੱਲੀ ਵੱਲ ਦਾ ਰੁਖ ਕੀਤਾ ਗਿਆ, ਜਿੱਥੇ ਕਿ ਵੇਖਿਆ ਗਿਆ ਕਿ ਹਰਿਆਣਾ ਦੇ ਜਿਹੜੇ ਕਈ ਬੈਰੀਕੇਡਸ ਨੇ ਉੱਥੇ ਬੈਰੀਕੇਡਸ ਲਾ ਕੇ ਬਾਰਡਰਸ ਤੇ ਰੋਕਿਆ ਗਿਆ ਕਿਸਾਨਾਂ ਨੂੰ ਔਰ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ। ਹਰ ਤਰ੍ਹਾਂ ਦਾ ਹੱਥਕੰਡਾ ਜਿਹੜਾ ਅਪਣਾਉਣ ਦੀ ਕੋਸ਼ਿਸ਼ ਕੀਤੀ ਗਈ ਦਿੱਲੀ ਕੂਚ ਨੂੰ ਰੋਕਣ ਵਾਸਤੇ, ਪਰ ਉਸ ਤੋਂ ਬਾਵਜੂਦ ਕਿਸਾਨਾਂ ਦਾ ਸੰਘਰਸ਼ ਜਿਹੜਾ ਲਗਾਤਾਰ ਜਾਰੀ ਹੈ ਔਰ ਹਜੇ ਵੀ ਕਿਸਾਨ ਆਪਣੇ ਟੀਚੇ ਨੂੰ ਲੈ ਕੇ ਪੂਰੀ ਤਰ੍ਹਾਂ ਬਿਲਕੁਲ ਗੋਲ ਓਰੀਐਂਟਡ ਹੋਏ ਨੇ ਕਿ ਜੋ ਉਹਨਾਂ ਦੀਆਂ ਮੰਗਾਂ ਨੇ ਉਹ ਜਦ ਤੱਕ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਕਿਸਾਨ ਦਿੱਲੀ ਤੋਂ ਟਸ ਤੋਂ ਮਸ ਨਹੀਂ ਹੋਣਗੇ ਔਰ ਦਿੱਲੀ ਨੂੰ ਘੇਰਾ ਪਾ ਕੇ ਰੱਖਣਗੇ। ਤਾਂ ਵੱਡੀ ਖਬਰ ਤੁਹਾਨੂੰ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਕਿਸਾਨ ਅੰਦੋਲਨ ਦੇ ਨਾਲ ਜੁੜੀ ਦਿਖਾ ਰਹੇ ਹਾਂ। ਗੱਲਬਾਤ ਦੇ ਲਈ ਕਿਸਾਨਾਂ ਨੂੰ ਕੇਂਦਰ ਦਾ ਨਵਾਂ ਸੱਦਾ ਮਿਲਿਆ ਹੈ। ਕੱਲ ਬਿਨਾਂ ਸ਼ਰਤ ਮੀਟਿੰਗ ਦੇ ਲਈ ਕੇਂਦਰ ਤਿਆਰ ਹੈ। ਖੁਦ ਅਮਿਤ शाह ने फोन करके गलबात की है। बहुत मशहूर ने देशों में देश हरियाणा जहां दूध दही का खाना। और तुसी देख सकते हो कि हरियाणा के जिहड़े किसान मेरे नाल खड़े हुए ने ये पिछे दुध लेके आए ने, दुध लेके पहुंचे हुए ने और पंजाब के किसानों लई लगातार दुध बरताया जा रहा है। सर आप कहाँ से आए हो? मैं हरियाणा रोहतक जिले का हूँ, गांव टिटोली है मेरा और पंजाब हमारा बड़ा भाई है। हमने चाहे जान देनी पड़ो पंजाब के लिए हम पूरे साथ हैं और चाहे सरकार जितने दिन लेट करेगी उतना ही दिन सरकार को क्या क्या लेके आ रहे हो? क्या क्या लेकर आए हो? हम भाई लस्सी भी लाए यहाँ 5 क्विंटल और 4 क्विंटल दूध ले गए आए यहाँ गांव टिटोली के रोहतक से और आटा भी सब्जी भी जितना हमारे पे होगा उतना हम पूरा सहयोग करेंगे अपने भाई के लिए। हम पंजाब को पीछे नहीं रहने देंगे, इससे आगे आगे चलेंगे। जितना हमारे पे होगा हम पूरी सहयोग करेंगे। साफ तौर पर ਜਿਹੜੇ ਹਰਿਆਣੇ ਦੇ ਕਿਸਾਨ ਨੇ ਉਹਨਾਂ ਨੇ ਕਿਹਾ ਕਿ ਅਸੀਂ ਵੱਡੇ ਭਰਾ ਲਈ ਖਾਣਾ ਲਈ ਸਮਾਨ ਲੈ ਕੇ ਆਏ ਹਾਂ, ਵੱਡੇ ਭਰਾ ਦੇ ਲਈ ਰਸਦ ਲੈ ਕੇ ਆਏ ਹਾਂ। ਸਾਡਾ ਵੱਡਾ ਭਾਈ ਪੰਜਾਬ ਜਦੋਂ ਤੱਕ ਇਹ ਧਰਨਾ ਜਾਰੀ ਰੱਖੇਗਾ, ਜਦੋਂ ਤੱਕ ਇਹ ਸੰਘਰਸ਼ ਜਾਰੀ ਰੱਖੇਗਾ, ਉਸ ਦਾ ਛੋਟਾ ਭਰਾ ਹਰਿਆਣਾ ਇਸੇ ਤਰ੍ਹਾਂ ਹੀ ਪੰਜਾਬ ਦੀ ਮਦਦ ਕਰਦਾ ਰਹੇਗਾ। ਸੋ ਇੱਕ ਵਾਰ ਫੇਰ ਪੰਜਾਬ ਹਰਿਆਣਾ ਦੇ ਇਸ ਬਾਰਡਰ ਤੋਂ, ਪੰਜਾਬ ਹਰਿਆਣਾ ਦੇ ਇਸ ਬਾਰਡਰ ਤੋਂ ਇੱਕ ਭਾਈਚਾਰਕ ਸਾਂਝ ਦੀਆਂ ਤਸਵੀਰਾਂ ਆ ਰਹੀਆਂ ਨੇ ਕਿ ਕਿਸ ਤਰ੍ਹਾਂ ਜਿਹੜੀ ਭਾਈਚਾਰਕ ਸਾਂਝ ਹੈ। ਪੰਜਾਬ ਹਰਿਆਣਾ ਬੇਸ਼ੱਕ ਵੰਡ ਕੇ ਦੋ ਹੋ ਗਏ, ਬੇਸ਼ੱਕ ਲੀਡਰ ਇੱਕ ਦੂਜੇ ਨੂੰ ਤਾਨੋ ਮਿਣੀ ਹੋਏ ਨੇ, ਪਰ ਇਹ ਕਿਸਾਨ ਇੱਕ ਨੇ, ਕਿਸਾਨਾਂ ਦੇ ਮੁੱਦੇ ਇੱਕ ਨੇ ਔਰ ਉਹੀ ਮੁੱਦਿਆਂ ਨੂੰ ਲੈ ਕੇ ਜਿਹੜੇ तमाम ਕਿਸਾਨ ਹਰਿਆਣੇ ਦੇ ਨੇ ਉਹ ਪੰਜਾਬ ਦੇ ਕਿਸਾਨਾਂ ਦੀ ਮਦਦ ਕਰ ਰਹੇ ਨੇ। ਕੈਮਰਾਮੈਨ ਸੁਖਜਿੰਦਰ ਦੇ ਨਾਲ ਰੋਹਿਤ ਬਾਂਸਲ ਪੱਕਾ, ਨਿਊਜ਼ 18 ਪੰਜਾਬ, ਦਿੱਲੀ ਟਿਕਰੀ ਬਾਰਡਰ। ਤਾਂ ਬੇहद ਦਿਲਚਸਪ ਤਸਵੀਰਾਂ ਤੁਸੀਂ ਵੇਖਿਆ ਟਿਕਰੀ ਬਾਰਡਰ ਤੋਂ ਦੇਖ ਰਹੇ ਸੀ, ਜਿੱਥੇ ਕਿ ਭਾਈਚਾਰਕ ਸਾਂਝ ਦਾ ਸੁਨੇਹਾ ਵੀ ਆ ਰਿਹਾ। ਫਿਲਹਾਲ ਇੱਕ ਵਾਰ ਰੋਕ ਕਰ ਲੈਣੇ, ਮੇਰੇ ਸਹਿਯੋਗੀ ਪੰਕਜ ਕਪਾਹੀ ਸਾਡੇ ਨਾਲ ਸਿੱਧੇ ਲਾਈਵ ਜੁੜ ਚੁੱਕੇ ਨੇ ਸਿੰਘੂ ਬਾਰਡਰ ਤੋਂ, ਜਿੱਥੇ ਕਿ ਘੇਰਾ ਪਾਇਆ ਹੋਇਆ ਕਿਸਾਨਾਂ ਨੇ ਔਰ ਆਪਣੇ ਘਰ ਚਬਾਰੇ ਛੱਡ ਕੇ ਕਿਸਾਨ ਇਸ ਵੇਲੇ ਮੌਜੂਦ ਨੇ ਔਰ ਸੰਘਰਸ਼ ਕਰ ਰਹੇ ਨੇ। ਪੰਕਜ, ਕੀ ਕੁਝ ਲਾਈਵ ਤਸਵੀਰਾਂ ਤੁਸੀਂ ਸਾਨੂੰ ਦਿਖਾ ਸਕਦੇ ਹੋ ਇਸ ਵੇਲੇ? ਤੁਸੀਂ ਕਿਸਾਨਾਂ ਦੇ ਨਾਲ ਵੀ ਗੱਲ ਕੀਤੀ ਹੋਏਗੀ ਔਰ ਫਿਲਹਾਲ ਇੱਕ ਅਪਡੇਟ ਵੀ ਹੈ ਕਿ ਕੱਲ ਕੇਂਦਰ ਵੱਲੋਂ ਸੱਦਾ ਮਿਲ ਚੁੱਕਿਆ, ਇੱਕ ਨਵੀਂ ਮੀਟਿੰਗ ਦਾ, ਅਨਕੰਡੀਸ਼ਨਲ ਮੀਟਿੰਗ ਦਾ ਸੱਦਾ ਮਿਲ ਚੁੱਕਿਆ ਹੈ ਕਿਸਾਨਾਂ ਨੂੰ। बिल्कुल नवजोत, इस वेले की वड्डी जानकारी यही दे रहे हैं कि अमित शाह की मीटिंग जी है वो खत्म हो चुकी है। अमित शाह ने मीटिंग जी है खेतीबाड़ी मंत्री के नाल की और एक केंद्र सरकार वालों कहा जा रहा है कि बिना शर्त तो असी किसान जथेबंदियों के नाल गलबात करने के लिए तैयार हाँ। इस वेले की सब तो वड्डी जानकारी दे रहे हैं कि अमित शाह होरां दी होम मिनिस्टर देश के वो मीटिंग कर रहे थे खेतीबाड़ी मंत्री के नाल कि किसानों के नाल किस तरीके के नाल गलबात की जाए और वो मीटिंग जी है वो खत्म हो चुकी है। और जानकारी ये मिल रही है कि हुण केंद्र सरकार बिना किसी शर्त तो किसानों के नाल गलबात करने के लिए तैयार है। ये कहा जा रहा है कि केंद्र सरकार हुण कोई शर्त जी है किसानों के सामने नहीं रखना चाहती। गलबात जी है इत्थों किसानों के नाल कर लैंदे आ। भाई जी, अमित शाह होरां दे घरे मीटिंग चल रही सी, वो कह रहे कि हुण बिना किसी शर्त तो गलबात करने के लिए तैयार हाँ। ਅਸੀਂ ਤਾਂ ਆਏ ਜੀ ਜਿੰਨਾ ਇੱਥੇ ਮਨਾ ਕੇ ਮੰਗਾ ਇੱਥੇ ਜਦੋਂ ਹਾਂ ਕਰੇਗਾ ਫੇਰ ਅਸੀਂ ਗੱਲਬਾਤ ਇੱਥੇ ਹੀ ਕਰਾਂਗੇ। ਅਸੀਂ ਉੱਥੇ ਨਹੀਂ ਜਾਂਦੇ ਗੱਲਬਾਤ ਕਰਨਾ। ਸਾਡੇ ਤਾਂ ਇੱਥੇ ਮਨਾਵਾਂਗੇ ਮੰਗਾ। ਉਸ ਤੋਂ ਸਾਡੀ ਸਟੇਟ ਚੱਲਦੀ ਕਿ ਨਹੀਂ,
ਉੱਥੇ ਮੰਗਾ ਬਣਾ ਕੇ ਉੱਥੇ ਅਸੀਂ ਗੱਲਬਾਤ ਕਰਾਂਗੇ। ਅਸੀਂ ਉੱਥੇ ਸਾਨੂੰ ਕੀ ਲੋੜ ਤੇ ਉੱਥੇ ਜਾਣ ਦੀ। ਆ ਸੱਟ ਕਿਵੇਂ ਲੱਗੀ ਤੁਹਾਡੇ? ਇਹ ਇਥੋਂ ਟਰਾਲੀ ਦੇ ਉੱਤਰ ਲੱਗਾ ਜੀ। ਉਤਰਨ ਲੱਗੇ। ਹਾਂਜੀ। ਇਹ ਤਸਵੀਰਾਂ ਹੋਰ ਵੀ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕੇਂਦਰ ਸਰਕਾਰ ਗੱਲਬਾਤ ਕਰਨ ਦੇ ਲਈ ਤਿਆਰ ਹੈ। ਕਿਵੇਂ ਗੱਲਬਾਤ ਜਿਹੜੀ ਆ ਉਹ ਕਿਸਾਨਾਂ ਵੱਲੋਂ ਕੀਤਾ ਜਾਏਗਾ? ਬਾਈ ਜੀ, ਕੇਂਦਰ ਸਰਕਾਰ ਅਮਿਤ ਸ਼ਾਹ ਹੋਰਾਂ ਦੀ ਮੀਟਿੰਗ ਚੱਲ ਰਹੀ ਸੀ, ਉਹ ਕਹਿ ਰਹੇ ਕਿ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਆ ਬਿਨਾਂ ਕਿਸੇ ਸ਼ਰਤ ਤੋਂ। ਸਾਡੇ ਆਗੂ ਕਰਨਗੇ, ਅਸੀਂ ਆਗੂ ਕਰਨਗੇ, ਤੁਹਾਡੇ ਆਗੂ ਆਗੂ ਕਰਨਗੇ, ਜੋ ਵੀ ਫੈਸਲਾ ਕਰਨਗੇ ਸਾਡੇ ਆਗੂ ਕਰਨਗੇ, ਜੋ ਆਗੂ ਕਰਨਗੇ, ਆਗੂ ਗਏ ਹੋਏ ਆਗੂ ਕਰਨਗੇ। ਅਸੀਂ ਤਾਂ ਇੱਕ ਪਾਸਾ ਬੈਠੇ ਆ, ਆਗੂਆਂ ਦੇ ਨਾਲ ਅਸੀਂ ਆ। ਬਾਈ ਜੀ ਕੀ ਕਹਿ ਰਹੇ, ਤੁਸੀਂ ਕੀ ਕਹਿ ਰਹੇ? ਕੇਂਦਰ ਸਰਕਾਰ ਨੇ ਪਿਛਲੇ 4 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਸੰਘਰਸ਼ ਚੱਲ ਰਿਹਾਗਾ। ਖੇਤੀ ਆਰਡੀਨੈਂਸ ਕਾਰਪੋਰੇਟ ਘਰਾਣਿਆਂ ਦੀ ਸਹਾਇਤਾ ਜਿਹੜੇ ਲਾਗੂ ਕੀਤੇ ਆ। ਕੇਂਦਰ ਸਰਕਾਰ ਪਹਿਲਾਂ ਵੀ 3 ਵਾਰੀ ਗੱਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਕਰ ਚੁੱਕੀ ਆ, ਪਰ ਸਿਰਫ ਤੇ ਸਿਰਫ ਇੱਕ ਵਿਖਾਵਾਗਾ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਆ। ਜਿਹੜੇ ਆਰਡੀਨੈਂਸ ਅਸੀਂ ਪੰਜਾਬ ਦੇ ਲੋਕ ਤੇ ਪੰਜਾਬ ਦਾ ਯੂਥ ਜਿਹੜਾ ਕਿਸਾਨਾਂ ਦੇ ਝੰਡੇ ਚੁੱਕੇ ਆ, ਅਸੀਂ ਵਾਪਸ ਕਰਾਉਣਾ ਚਾਹੁੰਦੇ ਆ। ਉਹ ਕੇਂਦਰ ਸਰਕਾਰ ਨੂੰ ਐਕਸੈਪਟ ਨਹੀਂ ਹੈਗੀ। ਬਾਈ ਜੀ ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਕੀ ਕਹਿ ਰਹੇ ਹੋ? ਅਸੀਂ ਕਹਿ ਰਹੇ ਹਾਂ ਕਿ ਮਤਲਬ ਤੁਹਾਡੇ ਕੋਲ ਪਤਾ ਲੱਗਾ ਵੀ ਕੇਂਦਰ ਸਰਕਾਰ ਗੱਲਬਾਤ ਕਰਨ ਲਈ ਤਿਆਰ ਆ, ਪਰ ਨਾ ਅਜੇ ਤੱਕ ਇੱਥੇ ਉਹਨਾਂ ਦਾ ਕੋਈ ਨੁਮਾਇੰਦਾ ਸਾਡੇ ਲੀਡਰਾਂ ਨੂੰ ਮਿਲਿਆ, ਨਾ ਅਜੇ ਤੱਕ ਕੋਈ ਕਿਸੇ ਕਿਸਮ ਦੀ ਇਨਫੋਰਮੇਸ਼ਨ ਨਹੀਂ। ਆਪਣੀਆਂ ਸ਼ਰਤਾਂ ਲਾ ਕੇ ਆਪਣੇ ਬਿਹਾਫ ਤੇ ਉਹ ਕਹਿ ਰਹੇ ਆ ਬਿਨਾਂ ਕਿਸੇ ਸ਼ਰਤ ਤੋਂ ਗੱਲਬਾਤ ਕੀਤੀ ਜਾਵੇ। ਇਹ ਸਾਨੂੰ ਤੁਹਾਡੇ ਕੋਲ ਪਤਾ ਲੱਗਾ, ਸਾਡੇ ਲੀਡਰਾਂ ਕੋਲ ਅਜੇ ਤੱਕ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈਗੀ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਮੀਟਿੰਗ ਕਰ ਰਹੇ, ਉਹ ਵੀ ਮੀਟਿੰਗ ਕਰ ਰਹੇ, ਕੁਝ ਥਾਵਾਂ ਤੇ ਸੁਨੇਹਾ ਪਹੁੰਚ ਚੁੱਕਿਆ ਵਾ। ਸੁਨੇਹਾ ਪਹੁੰਚ ਚੁੱਕਿਆ, ਪਰ ਅਸਲ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਇੱਕ ਪਰਮਾਨੈਂਟ ਵੀ ਕਿਹੜੇ ਮੰਤਰੀ ਗੱਲ ਕਰਨਗੇ, ਉਹ ਰਿਟਨ ਦੇ ਵਿੱਚ ਇਸ ਤਰ੍ਹਾਂ 'ਚ ਕੁਛ ਨਹੀਂ। ਜਿਹੜਾ ਇਸ ਤਰ੍ਹਾਂ ਦਾ ਪੱਕਾ ਪਰਮਾਨੈਂਟ ਜਿਹੜਾ ਸੁਨੇਹਾ ਉਹ ਇਸ ਟਾਈਪ 'ਚ ਨਹੀਂ ਪਹੁੰਚਿਆ। ਸਿਰਫ ਤੇ ਸਿਰਫ ਇੱਕ ਜਿਵੇਂ ਆਪਾਂ ਕਹਿ ਰਹੀਏ ਵੀ ਸੁਰਲੇਬਾਜੀ ਛੱਡਤੀ ਵੀ ਆਜੋ ਸਾਡੇ ਨਾਲ ਗੱਲ ਕਰ ਲਓ, ਇਸ ਕਰਕੇ ਉਹ ਕੋਈ ਪਰਮਾਨੈਂਟ ਜਿਹੜਾ ਸੱਦਾ ਗਾ ਉਹ ਨਹੀਂ ਹੈਗਾ। ਭਾਈ ਜੀ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਔਰ ਹੁਣ ਗੱਲਬਾਤ ਜਿਹੜੀ ਹੈ ਤੁਹਾਨੂੰ ਲੱਗਦਾ ਹੈ ਕਿ ਹੱਲ ਨਿਕਲੇਗਾ? ਮਾਸਕ ਸਿਰਫ ਤੁਸੀਂ ਲਾਇਆ ਹੈ। ਅਸੀਂ ਮਤਲਬ ਹੱਲ ਕੱਢਣਾ ਚਾਹੁੰਦੇ ਆ ਜੀ। ਸਾਰੀਆਂ ਕਿਸਾਨ ਜਥੇਬੰਦੀਆਂ ਇੱਥੇ ਕੋਈ ਆ ਕੇ ਮਤਲਬ ਸ਼ੌਂਕ ਨਾਲ ਨਹੀਂ ਬੈਠਾ, ਹਰ ਕੋਈ ਕਹਿੰਦਾ ਵੀ ਹੱਲ ਨਿਕਲੇ ਪੋਜ਼ਿਟਿਵ ਤਰੀਕੇ ਨਾਲ। ਸਰਕਾਰ ਨੂੰ ਵੀ ਆਪਣਾ ਅੜੀਅਲ ਜਿਹੜਾ ਵਤੀਰਾ ਉਹ ਛੱਡਣਾ ਚਾਹੀਦਾ। ਤੁਸੀਂ ਤੁਹਾਨੂੰ ਕੀ ਲੱਗਦਾ ਗੱਲਬਾਤ ਦੇ ਜ਼ਰੀਏ ਮਸਲੇ ਦਾ ਹੱਲ ਹੋ ਸਕਦਾ ਹੁਣ ਜਦੋਂ ਕੇਂਦਰ ਸਰਕਾਰ ਕਹਿ ਰਹੀ ਹੈ? ਹਾਂਜੀ, ਜੇ ਕੇਂਦਰ ਸਰਕਾਰ ਚਾਹੇ ਤੇ ਜਿਹੜਾ ਮਸਲਾ ਹਰ ਤਰੀਕੇ ਨਾਲ ਹੱਲ ਹੋ ਸਕਦਾ। ਸਾਡੇ ਜਿਹੜੇ ਕਿਸਾਨ ਆ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਗੱਲ ਕਰਕੇ ਤੇ ਸ਼ਾਂਤਮਈ ਤਰੀਕੇ ਨਾਲ ਜਿਹੜੇ ਆਰਡੀਨੈਂਸ ਆ ਉਹ ਵਾਪਸ ਕਰਾਉਣਾ ਚਾਹੁੰਦੇ ਆ, ਤਾਂ ਜੀ ਕਿਸੇ ਤਰ੍ਹਾਂ ਦੀ ਕੋਈ ਹੱਲੜਬਾਜੀ ਬਿਨਾਂ ਕਿਸੇ ਮਤਲਬ ਤੋਂ ਸਾਡੇ ਕਿਸਾਨ ਆਪਣੇ ਘਰਾਂ ਨੂੰ ਜਾਣ ਤੇ ਆਪਣਾ ਮਤਲਬ ਜਿਹੜੀ ਇਹ ਆਰਡੀਨੈਂਸ ਵਾਪਸ ਕਰਨ ਦੇ ਵਿੱਚ ਕੋਈ ਟਕਰਾਅਬਾਜੀ ਜਿਹੜੀ ਆ ਉਹ ਨਾ ਨੀਤੀ ਲਿਆ ਕੇ। ਇਹ ਤਸਵੀਰ ਮੈਂ ਨਵਜੋਤ ਦਿਖਾਊਂਗਾ ਕਿ ਇਹ ਤਸਵੀਰ ਦੇਖੋ ਕਿ ਟਰੈਕਟਰ ਜਿਹੜੇ ਨੇ ਉਹ ਨਜ਼ਰ ਆਣਗੇ। ਬਹੁਤ ਸਾਰੇ ਕਿਸਾਨ ਅਜਿਹੇ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਪਿਛਲੇ 3 ਦਿਨਾਂ ਤੋਂ ਗੱਲਬਾਤ ਕਰ ਰਹੇ ਹਾਂ, ਔਰ ਬਹੁਤ ਸਾਰੇ ਕਿਸਾਨ ਅਜਿਹੇ ਨੇ ਜੋ ਕਹਿ ਰਹੇ ਨੇ ਕਿ ਅਗਰ ਕੇਂਦਰ ਸਰਕਾਰ ਬਿਨਾਂ ਕਿਸੇ ਸ਼ਰਤ ਤੋਂ ਗੱਲ ਮੰਨ ਲੇਗੀ ਤਾਂ ਅਸੀਂ ਚਲੇ ਜਾਵਾਂਗੇ। ਔਰ ਇਹ ਤਸਵੀਰਾਂ ਦੇਖੋ, ਜੀਟੀ ਰੋਡ ਦੀਆਂ ਤਸਵੀਰਾਂ ਨੇ। ਜੀਟੀ ਰੋਡ ਨੂੰ ਆਪਣਾ ਘਰ ਬਣਾ ਲਿਆ ਹੈ। ਜੀਟੀ ਰੋਡ ਦੇ ਉੱਤੇ ਹੀ ਕੱਪੜੇ ਜਿਹੜੇ ਨੇ ਉਹ ਸੁਕਾਏ ਜਾ ਰਹੇ ਨੇ, ਜੀਟੀ ਰੋਡ ਤੇ ਹੀ ਨਹਾਇਆ ਜਾ ਰਿਹਾ। ਉਹ ਕਹਿ ਰਹੇ ਕਿ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ, ਅਸੀਂ ਆਪਣੇ ਪੱਕੇ ਇੰਤਜ਼ਾਮ ਕਰਕੇ ਆਏ ਹਾਂ। ਭਾਈ ਜੀ ਕੇਂਦਰ ਸਰਕਾਰ ਦੀ ਮੀਟਿੰਗ ਹੋਈ ਹੈ, ਉਹ ਕਹਿ ਰਹੇ ਕਿ ਅਸੀਂ ਬਿਨਾਂ ਕਿਸੇ ਸ਼ਰਤ ਤੋਂ ਗੱਲਬਾਤ ਕਰਨ ਲਈ ਤਿਆਰ ਹਾਂ। ਉਹਦਾ ਜੀ ਪ੍ਰਧਾਨ ਨੂੰ ਬਾਕੀ ਗੱਲ ਪਤਾ ਹੋਊ ਸਾਰੀ। ਅਸੀਂ ਤਾਂ ਇੱਥੇ ਜਿੰਨਾ ਉਹਨਾਂ ਦਾ ਹੁਕਮ ਹੈ ਉਹਨਾਂ ਕਰਾਂਗੇ, ਜਿੱਦਾਂ ਉਹਨੇ ਕਹਿਤਾ ਉਹਨਾਂ ਦੀ ਗੱਲ ਹੀ ਮੰਨਾਂਗੇ ਜੀ। ਆਪਣੇ ਪ੍ਰਧਾਨ ਜਿਹੜੀ ਕਮੇਟੀ ਸਾਡੇ ਮੋਰੇ ਉਹਨਾਂ ਜਿੱਦਾਂ ਕਹਿ ਦੇਵੇ ਉਹੀ ਸਾਰੀ ਗੱਲ ਕਰਾਂਗੇ। ਇਹ ਹੋਰ ਬਾਈ ਹੋਰਾਂ ਨਾਲ ਗੱਲ ਕਰ ਲੈਣੇ। ਇੱਥੇ ਕੱਪੜੇ ਸੁਕਾਏ ਜਾ ਰਹੇ ਨੇ ਸਾਡੇ ਨਾਲ, ਅੱਗੇ ਵੀ ਤੁਹਾਡੇ ਤੋਂ ਤਸਵੀਰਾਂ ਲੈਂਦੇ ਰਹਾਂਗੇ, ਅਗਲੀ ਅਪਡੇਟ ਵੀ ਤੁਹਾਡੇ ਤੋਂ ਲੈਂਦੇ ਰਹਾਂਗੇ ਤੇ ਕਿਸੇ ਵੀ ਤਰ੍ਹਾਂ ਦਾ ਮਿਸਕਮਿਊਨੀਕੇਸ਼ਨ ਨਹੀਂ ਚਾਹੁੰਦੇ ਕਿਸਾਨ, ਇਸ ਲਈ ਆਪਣੇ ਆਗੂਆਂ ਤੇ ਛੱਡੇ ਹੋਏ ਫਿਲਹਾਲ ਮੰਥਨ ਜਾਰੀ ਹੈ। ਇੱਕ ਵਾਰ ਰੁਕ ਕਰ ਲੈਣੇ ਆ ਟੀਕਰੀ ਬਾਰਡਰ ਦਾ, ਜਿੱਥੇ ਸਾਡੇ ਸਹਿਯੋਗੀ ਰੋਹਿਤ ਬੰਸਲ ਸਾਡੇ ਨਾਲ ਜੁੜ ਚੁੱਕੇ ਨੇ। ਰੋਹਿਤ, ਇਸ ਵੇਲੇ ਮੰਥਨ ਜਿਹੜਾ ਕਿਸਾਨਾਂ ਦਾ ਜਾਰੀ ਹੈ, ਫਿਲਹਾਲ ਸੱਦਾ ਮਿਲ ਚੁੱਕਿਆ ਕੇਂਦਰ ਵੱਲੋਂ, ਨਵਾਂ ਸੱਦਾ ਅਨਕੰਡੀਸ਼ਨਲ ਸੱਦਾ ਮਿਲ ਚੁੱਕਿਆ ਹੈ। ਪੂਰੀ ਡਿਟੇਲ ਤੁਹਾਡੇ ਤੋਂ ਸਮਝਣਾ ਚਾਹੁੰਦੇ ਆ ਡੈਪਥ ਦੇ ਵਿੱਚ ਕਿ ਕਿਸ ਵੇਲੇ ਕਾਲ ਆਈ ਔਰ ਇਸ ਮੀਟਿੰਗ ਦੇ ਵਿੱਚ ਆਖਿਰ ਕਿਹੜੇ ਨੇਤਾ ਜਿਹੜੇ ਨੇ, ਕਿਹੜੇ ਆਗੂ ਜਿਹੜੇ ਨੇ ਉਹ ਸ਼ਾਮਿਲ ਹੋਣਗੇ। ਜੀ ਜੇ ਮੁੱਖ ਰੂਪ 'ਚ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਇੱਕ ਸ਼ਰਤ ਰੱਖੀ ਜਾ ਰਹੀ ਸੀ ਕਿ ਕਿਸਾਨਾਂ ਨੇ ਜਿਹੜੇ ਦਿੱਲੀ ਦਾ ਧਰਨਾ ਲਾਇਆ ਹੋਇਆ, ਦਿੱਲੀ ਦੇ ਬਾਰਡਰ ਸੀਲ ਕੀਤੇ ਹੋਏ ਕਿਸਾਨ, ਇਹ ਬਾਰਡਰ ਛੱਡ ਕੇ ਬੁਰਾੜੀ ਦੇ ਇੱਕ ਗਰਾਊਂਡ ਆ ਉੱਥੇ ਪਹੁੰਚਣ। ਬੁਰਾੜੀ ਦੇ ਗਰਾਊਂਡ 'ਚ ਜਿਸ ਤਰ੍ਹਾਂ ਹੀ ਉਹ ਪਹੁੰਚਣਗੇ ਉਸ ਤੋਂ ਅਗਲੇ ਦਿਨ ਹੀ ਕੇਂਦਰ ਸਰਕਾਰ ਉਹਨਾਂ ਨਾਲ ਗੱਲਬਾਤ ਕਰੇਗੀ। ਪਰ ਕਿਸਾਨਾਂ ਨੇ ਕੱਲ ਕਿਹਾ ਕਿ ਬੁਰਾੜੀ ਦਾ ਜਿਹੜਾ ਗਰਾਊਂਡ ਆ ਉਹ ਰੈਲੀ ਦਾ ਜਗ੍ਹਾ ਨਹੀਂ, ਬਲਕਿ ਇੱਕ ਖੁੱਲੀ ਜਗ੍ਹਾ ਬਣਾਈ ਗਈ ਹੈ, ਇੱਕ ਮਿੱਠੀ ਜੇਲ੍ਹ ਬਣਾਈ ਗਈ ਹੈ। ਉੱਥੇ ਕਿਸਾਨਾਂ ਨੂੰ ਅੰਦਰ ਤਾਂ ਜਾਣ ਦਿੱਤਾ ਜਾ ਰਿਹਾ ਪਰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ, ਜੋ ਉਹਨਾਂ ਨੂੰ ਕਿਸਾਨ ਆਗੂਆਂ ਨੇ ਰਿਪੋਰਟ ਦਿੱਤੀ। ਉਸ ਤੋਂ ਬਾਅਦ ਕੇਂਦਰ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਗੱਲ ਕਰੋ, ਪਰ ਕਿਸਾਨਾਂ ਨੇ ਇਸ ਗੱਲਬਾਤ ਨੂੰ ਠੁਕਰਾ ਦਿੱਤਾ। ਕਿਸਾਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਨਹੀਂ ਕਰਾਂਗੇ ਜਿੰਨਾ ਚਿਰ ਤੁਸੀਂ ਇਹ ਸ਼ਰਤਾਂ ਰੱਖੋਗੇ। ਪਰ ਹੁਣ ਕੇਂਦਰ ਸਰਕਾਰ ਨੇ ਜਿਹੜੀਆਂ तमाम ਸ਼ਰਤਾਂ ਸੀ ਜੋ ਬੁਰਾੜੀ ਗਰਾਊਂਡ ਪਹੁੰਚਣ ਤੋਂ ਬਾਅਦ
ਗੱਲ ਕਰਨ ਦੀ ਸ਼ਰਤ ਸੀ ਉਸ ਨੂੰ ਹਟਾ ਦਿੱਤਾ ਹੈ ਔਰ ਸਾਫ਼ ਤੌਰ ਤੇ ਕੱਲ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ। ਜੇ ਮੈਂ ਅੱਜ ਦੀ ਮੀਟਿੰਗ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਕੁਝ ਕਿਸਾਨ ਆਗੂ ਸ਼ਾਮਲ ਹੋਏ ਸਨ ਜਿਨ੍ਹਾਂ ਦਾ ਅਸੀਂ ਨਾਮ ਨਹੀਂ ਦੱਸ ਸਕਦੇ ਕਿਉਂਕਿ ਬਹੁਤ ਚੀਜ਼ਾਂ ਸਾਡੇ ਨਾਲ ਗੁਪਤ ਤਰੀਕੇ ਨਾਲ ਹੁੰਦੀਆਂ ਨੇ। ਸਾਫ਼ ਤੌਰ ਤੇ ਕਈ ਵਾਰੀ ਕੁਝ ਚੀਜ਼ਾਂ ਆਫ ਕੈਮਰਾ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਨਹੀਂ ਦੱਸ ਸਕਦੇ। ਤਾਂ ਕੁਝ ਕਿਸਾਨ ਆਗੂਆਂ ਦੀ ਅੱਜ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਹੋਈ ਹੈ, ਜਿਸ ਦੇ ਨਾਲ ਹੀ ਪੰਜਾਬ ਦੇ ਜੋ ਬੀਜੇਪੀ ਆਗੂ ਸੀ ਹਰਜੀਤ ਗਰੇਵਾਲ ਔਰ ਸਿਰਜੀਤ ਕੁਮਾਰ ਜੈਨੀ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਸੀ। ਔਰ ਇਸ ਮੀਟਿੰਗ ਦੇ ਵਿੱਚ ਅਮਿਤ ਸ਼ਾਹ ਦੀ ਫੋਨ ਤੇ ਗੱਲਬਾਤ ਕਰਵਾਈ ਗਈ ਹੈ, ਫੋਨ ਦੇ ਜ਼ਰੀਏ ਅਮਿਤ ਸ਼ਾਹ ਨਾਲ ਗੱਲਬਾਤ ਕਰਵਾਈ ਗਈ ਹੈ ਔਰ ਅਮਿਤ ਸ਼ਾਹ ਨੇ ਇਸ ਚੀਜ਼ ਲਈ ਯੈਸ ਕਰ ਦਿੱਤਾ ਹੈ ਕਿ ਕੱਲ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਔਰ ਬਿਨਾਂ ਕਿਸੇ ਸ਼ਰਤਾਂ ਤੋਂ ਇਹ ਮੁਲਾਕਾਤ ਹੋਏਗੀ। ਸੋ ਵੱਡੀ ਖਬਰ ਕਿਸਾਨਾਂ ਦੀ ਛੋਟੀ ਜਿਹੀ ਦੇ ਤੌਰ ਤੇ ਚੀਜ਼ ਨੂੰ ਦਿਖ ਜਾ ਰਿਹਾ। ਅਮਿਤ ਸ਼ਾਹ ਮੌਜੂਦ ਰਹਿਣਗੇ, ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦ ਰਹਿਣਗੇ ਇਸ ਮੀਟਿੰਗ ਦੇ ਵਿੱਚ ਜੋ ਕੱਲ ਹੋਣ ਜਾ ਰਹੀ ਹੈ। ਜਿਹੜੀ ਇਸ ਮੀਟਿੰਗ ਦਾ ਸੱਦਾ ਪੱਤਰ ਆ ਉਹ ਜਨਤਕ ਤੌਰ ਤੇ ਆਫੀਸ਼ੀਅਲੀ ਤੌਰ ਤੇ ਸ਼ਾਮ ਤੱਕ ਮਿਲੇਗਾ। ਉਸ ਮੀਟਿੰਗ ਦੇ ਜ਼ਰੀਏ ਉਸੇ ਵਿੱਚ ਹੀ ਪਤਾ ਚੱਲੇਗਾ ਕਿ ਉਸ ਮੀਟਿੰਗ ਦੇ ਲਈ ਕਿਹੜੇ-ਕਿਹੜੇ ਮੰਤਰੀ ਉਸ ਮੀਟਿੰਗ ਵਿੱਚ ਮੌਜੂਦ ਰਹਿਣ ਵਾਲੇ ਆ। ਪਰ ਫਿਲਹਾਲ ਜੋ ਕੇਂਦਰੀ ਰਾਜਨਾਥ ਸਿੰਘ ਇਸ ਤੋਂ ਇਲਾਵਾ ਜੋ ਖੇਤੀਬਾੜੀ ਮੰਤਰੀ ਹੈ ਔਰ ਰੇਲਵੇ ਮੰਤਰੀ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦਾ ਜੋ ਇੱਕ ਲੱਗ ਰਿਹਾ ਕਿ ਸ਼ਾਇਦ ਇਹ ਸ਼ਾਮਲ ਹੋ ਸਕਦੇ ਆ ਔਰ ਬੇहद ਅਹਿਮ ਮੀਟਿੰਗ ਹੈ ਕੱਲ੍ਹ ਵਾਲੀ ਰਹਿਣ ਵਾਲੀ ਹੈ ਕਿਉਂਕਿ ਅਮਿਤ ਸ਼ਾਹ ਦੇ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਮਿਤ ਸ਼ਾਹ ਵੀ ਇਸ ਮੀਟਿੰਗ ਵਿੱਚ ਸਾਫ਼ ਤੌਰ ਤੇ ਸ਼ਾਮਿਲ ਹੋ ਸਕਦੇ ਨੇ ਜੀ। ਤਾਂ ਰੋਹਿਤ, ਜੋ ਰਾਜਨਾਥ ਸਿੰਘ ਦੇ ਨਾਲ ਗੱਲਬਾਤ ਹੋਈ ਕਿੰਨਾ ਕੁ ਪੋਜ਼ਿਟਿਵ ਆਊਟਕਮ ਲੱਗਦਾ ਹੈ? ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਗੱਲ ਕੀਤੀ, ਕਿੰਨੇ ਕੁ ਪੋਜ਼ਿਟਿਵ ਸੀ ਉਹ ਗੱਲਬਾਤ ਕਰਨ ਤੋਂ ਬਾਅਦ? ਫਿਲਹਾਲ ਲਗਾਤਾਰ ਕੇਂਦਰ ਦੇ ਜਿਹੜੇ ਮੰਤਰੀ ਸੀ ਉਹਨਾਂ ਨੂੰ ਮੀਟਿੰਗ ਦੇ ਲਈ ਬੁਲਾਇਆ ਜਾ ਰਿਹਾ ਸੀ, ਮੀਟਿੰਗ ਦੇ ਲਈ ਉਹਨਾਂ ਵੱਲੋਂ ਕਿਸਾਨਾਂ ਨੂੰ ਬੁਲਾਇਆ ਜਾ ਰਿਹਾ ਸੀ। ਤਾਂ ਕਿਤੇ ਨਾ ਕਿਤੇ ਪੋਜ਼ਿਟਿਵ ਰਿਸਪੌਂਸ ਜੋ ਨਿਕਲ ਕੇ ਆਇਆ ਉਹ ਇਹੀ ਹੈ ਕਿ ਬਿਨਾਂ ਸ਼ਰਤ ਤੁਹਾਡੇ ਨਾਲ ਗੱਲ ਕੀਤੀ ਜਾਏਗੀ, ਸਾਡੀਆਂ ਕੋਈ ਸ਼ਰਤਾਂ ਨਹੀਂ ਹੋਣਗੀਆਂ ਪਰ ਕਿਸਾਨ ਆਗੂ ਸਾਡੇ ਨਾਲ ਆ ਕੇ ਗੱਲਾਂ ਕਰਨ। ਹਾਲਾਂਕਿ ਇਸ ਮੀਟਿੰਗ ਬਾਰੇ ਹਾਲੇ ਤੱਕ ਕੋਈ ਖੁੱਲ੍ਹ ਕੇ ਜ਼ਿਆਦਾ ਚੀਜ਼ਾਂ ਸਾਹਮਣੇ ਨਹੀਂ ਆਈਆਂ ਪਰ ਸਭ ਤੋਂ ਪਹਿਲਾਂ ਇਹ ਖਬਰ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਕਿਸਾਨਾਂ ਨੂੰ 1 ਤਰੀਕ ਦੇ ਲਈ ਬਿਨਾਂ ਕਿਸੇ ਸ਼ਰਤ ਤੋਂ ਸੱਦਾ ਮਿਲ ਚੁੱਕਿਆ ਹੈ ਜੀ। ਠੀਕ ਹੈ ਰੋਹਿਤ, ਤੁਸੀਂ ਬਣੇ ਰਹੋ ਉੱਥੇ ਔਰ ਅੱਗੇ ਵੀ ਅਪਡੇਟ ਤੁਹਾਡੇ ਤੋਂ ਲੈਂਦੇ ਰਹਾਂਗੇ।